ਤੁਹਾਡਾ ਬੇਟਾ ਉੱਥੇ ਡਿਊਟੀ ਕਰ ਰਿਹਾ ਸੀ। ਰਾਤ ਨੂੰ ਡਿਊਟੀ ਕਰ ਰਹੇ ਸੀ। ਅੱਛਾ, ਤੇ ਮੌਕਾ ਤੇ ਹੀ ਉਹਨਾਂ ਦੀ ਵਫਾਤ ਹੋ ਗਈ ਸੀ ਜਾਂ ਹਸਪਤਾਲ ਲੈ ਜਾਇਆ ਗਿਆ ਸੀ? ਮੌਕੇ ਤੇ ਵਫਾਤ ਹੋ ਗਈ। ਕਿੰਨੇ ਖਬਰ ਦਿੱਤੀ, ਕਿੰਨੇ ਦੱਸਿਆ ਕਿ ਇਹ ਤੁਹਾਡਾ ਬੇਟਾ ਇਸ ਦੁਨੀਆ ਤੇ ਨਹੀਂ ਰਿਹਾ? ਡੱਡ ਬੈਡੀ ਕਿਹੜੀ ਨੇ ਸਾਨੂੰ ਮਿਲੀ, ਉਹ ਥੋੜੀ ਜੀ ਮਿਲੀ ਹੈ। ਤੁਹਾਡੇ ਬੇਟੇ ਦੀ ਸ਼ਾਦੀ ਹੋਈ ਸੀ? ਨਹੀਂ, ਸ਼ਾਦੀ ਨਹੀਂ ਹੋਈ। ਉਮਰ ਕਿੰਨੀ ਸੀ ਉਹਦੀ? ਇੱਕ ਮੇਰਾ ਬੇਟਾ ਅੱਗੇ ਸ਼ਹੀਦ ਹੋ ਗਿਆ ਕਸ਼ਮੀਰ 'ਚ। ਤੁਹਾਡੀ ਫੈਮਿਲੀ ਵਿੱਚ ਕਿੰਨੇ ਲੋਕ ਤੋਂ ਅੱਗੇ ਕਹਿ ਰਹੇ ਸੀ ਸ਼ਹੀਦ ਹੋਏ ਨੇ? ਅੱਲਾ ਦਾ ਬਹੁਤ ਲੱਖ ਲੱਖ ਸ਼ੁਕਰ ਹੈ, ਮੇਰੇ ਬੇਟੇ ਨੂੰ ਬਹੁਤ ਬੜਾ ਆਜ਼ਾਦ ਮਿਲਿਆ ਹੈ। ਕੋਈ ਦੁੱਖ ਨਹੀਂ, ਕਿਸੇ ਕਿਸਮ ਦਾ ਕੋਈ ਦੁੱਖ नहीं। मेरे 5 बेटे और ने, मैं इंशाल्लाह वो भी देने तैयार कर। हर घर के अंदर इन नौजवान इस मुल्क के लिए अपनी जान निशावर करने के लिए तैयार हैं। आप देख सकते हैं कि एक शहीद का वालिद, उसकी क्या तासुरात हैं। मैं अल्लाह ताला का बहुत शुक्रिया अदा करना चाहता हूँ, इसमें अफसोस वाली कोई बात नहीं है। अस्सलाम वालेकुम, मुझे कहते हैं अली बादामी। गुज़श्ता रात जो भारत ने पाकिस्तान पर रात के अंधेरे में बुज़दिलाना हमला किया था, उसमें बहुत सारे पाकिस्तानी सिविलियन शहीद हुए थे। उनमें एक पाकिस्तानी शहीद जो रात के अंधेरे में ड्यूटी सर अंजाम दे रहा था, वो वहाँ पर मौका पर शहीद हो गया भारत की इस बुज़दिलाना हमले में। मैं उनके घर में मौजूद हूँ और इनके वालिद साहब मेरे साथ मौजूद हैं। इनका घर ज़िला कसूर के कस्बा तहसील चूनिया गेलन अठार एक छोटा सा गांव है, उनसे इनका ताल्लुक़ है। मेरे साथ इनके वालिद साहब मौजूद हैं, इनसे हम जानते हैं कि क्या माजरा हुआ था, क्या सीन हुआ था। अस्सलाम वालेकुम जी। वालेकुम सलाम। बुजुर्गों, अपना नाम की है? मोहम्मद तुफैल। ਤੇ ਤੁਫੈਲ ਸਾਹਿਬ, ਅੱਲਾਹ ਪਾਕ ਤੁਹਾਡੇ ਬੇਟੇ ਨੂੰ ਆਲਾ ਦਰਜਾਤ ਦੇਵੇ, ਉਹਨਾਂ ਦੀ ਬਖਸ਼ਿਸ਼ ਫਰਮਾਵੇ, ਗਰੀਕੇ ਰਹਿਮਤ ਕਰੇ। ਬੜਾ ਅਫਸੋਸ ਹੋਇਆ ਸੁਣ ਕੇ। ਮੈਨੂੰ ਵੀ ਦੱਸੋ, ਤੁਹਾਡਾ ਬੇਟਾ ਉੱਥੇ ਡਿਊਟੀ ਕਰ ਰਿਹਾ ਸੀ, ਕੀ ਮਾਮਲਾ ਸੀ? ਉਹ ਉੱਥੇ ਡਿਊਟੀ ਤੇ ਹੁੰਦਾ ਸੀ, ਆਪਣਾ ਇੱਥੇ ਜਮਾਦਾਬਾਦ ਦੇ ਨਾਲ ਡਿਊਟੀ ਤੇ ਹੁੰਦਾ ਸੀ, ਠੀਕ ਹੈ। ਅਮਰੀਦ ਕੇ। ਅੱਛਾ, ਤੇ ਉਸ ਆਰਮੀ ਨੇ, ਇੰਡੀਆ ਆਰਮੀ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਹੈ। ਠੀਕ ਹੈ। ਤੇ ਹਮਲਾ ਕਰਕੇ ਤੇ ਉਹ ਆਪਦਾ ਗਏ ਚਲੇ, 3 ਸ਼ਹੀਦ ਹੋ ਗਏ ਨੇ ਬੱਚੇ। ਠੀਕ ਹੈ। ਤੁਹਾਡਾ ਅਲਹਮਦੁਲਿਲਾ। ਬੇਟੇ ਦਾ ਨਾਮ ਕੀ ਸੀ ਤੇ ਉਹ ਉੱਥੇ ਮੁਦੱਸਰ ਹੈ? ਮੁਦੱਸਰ ਸੀ। ਅੱਛਾ, ਤੇ ਉਹ ਰਾਤ ਨੂੰ ਡਿਊਟੀ ਕਰ ਰਿਹਾ ਸੀ? ਰਾਤ ਨੂੰ ਡਿਊਟੀ ਕਰ ਰਹੇ ਸੀ। ਅੱਛਾ, ਤੇ ਮੌਕਾ ਤੇ ਹੀ ਉਹਨਾਂ ਦੀ ਵਫਾਤ ਹੋ ਗਈ ਸੀ ਜਾਂ ਹਸਪਤਾਲ ਲੈ ਜਾਇਆ ਗਿਆ ਸੀ? ਮੌਕੇ ਤੇ ਵਫਾਤ ਹੋ ਗਈ। ਤੇ ਤੁਹਾਨੂੰ ਜਦੋਂ ਖਬਰ ਮਿਲੀ ਹੈ ਤੁਹਾਡਾ ਬੇਟਾ ਇਸ ਦੁਨੀਆ ਤੇ ਨਹੀਂ ਰਿਹਾ, ਕੀ ਤਾਸੁਰਾਤ ਸੀ? ਕਿੰਨੇ ਖਬਰ ਦਿੱਤੀ, ਕਿੰਨੇ ਦੱਸਿਆ? ਅਸਾਂ ਮੋਬਾਈਲ 'ਚ ਹੀ ਖਬਰ ਸੁਣੀ ਹੈ ਤੇ ਸਾਡੇ ਹਰ ਇੱਕ ਬੰਦੇ ਦੇ ਕੋਲ ਮੋਬਾਈਲ ਹੈ। ਸਾਨੂੰ ਮੋਬਾਈਲ 'ਤੇ ਪਤਾ ਲੱਗ ਗਿਆ, ਅਸੀਂ ਗਏ ਤੇ ਸਾਡੀ ਡੱਡ ਬੈਡੀ ਕਿਹੜੀ ਨੇ ਸਾਨੂੰ ਮਿਲੀ, ਉਹ ਥੋੜੀ ਜੀ ਮਿਲੀ ਹੈ। ਅੱਛਾ, ਹਾਂਜੀ ਹਾਂਜੀ ਹਾਂਜੀ। ਪਹਿਲੇ ਇਤਲਾਹ ਤੁਹਾਨੂੰ ਕਿੰਨੇ ਕੀਤੀ ਉੱਥੋਂ ਕਿ ਤੁਹਾਡਾ ਬੇਟਾ ਜਿਹੜਾ ਨਾ ਅੱਲਾ ਨੂੰ ਪਿਆਰਾ ਹੋ ਗਿਆ? ਉਹ ਮੇਰੇ ਕੋਲ ਨਹੀਂ, ਮੇਰਾ ਜਵਾਈ ਇਸਲਾਮਾਬਾਦ ਹੁੰਦਾ ਸੀ, ਉਹਨੇ ਸਾਨੂੰ ਕੀਤਾ ਵੀ ਇਸ ਤਰ੍ਹਾਂ ਆਪਣੇ ਮੁੰਡੇ ਦੀ ਫੋਟੋ ਆ ਗਈ ਹੈ ਤੇ ਉਹ ਸ਼ਹੀਦ ਹੋ ਗਿਆ। ਫਿਰ ਅਸੀਂ ਅੱਗੋਂ ਪਿੱਛੋਂ ਫਿਰ ਪਤਾ ਕੀਤਾ, ਐਵੇਂ ਸਾਨੂੰ ਕਿਸੇ ਨੇ ਦੱਸਿਆ ਮਗਰੋਂ ਫਿਰ ਕਿਵੇਂ ਕਿਵੇਂ ਪਤਾ ਲੱਗਦਾ ਗਿਆ। 5 ਵਜੇ ਦੇ ਪਿੱਛੇ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ। ਸਾਨੂੰ ਪਹਿਲੇ ਨਹੀਂ, ਤਾਂ ਸਾਡਾ ਬੱਚਾ ਉੱਥੇ ਇਸਲਾਮਾਬਾਦ ਹੁੰਦਾ ਸੀ, ਉਹਨੇ ਸਾਨੂੰ ਦੱਸਿਆ। ਠੀਕ ਹੈ। ਹਾਂਜੀ। ਅੱਛਾ, ਤੇ ਉਹ ਫਿਰ ਕਿੰਨੀ ਦੇਰ ਬਾਅਦ ਤੁਹਾਡੀ ਜਿਹੜਾ ਨਾ ਡੈਡ ਬੋਡੀ ਇੱਥੇ ਪਹੁੰਚਾਈ ਸੀ? ਉਹ ਜਨਾਬ ਅਸੀਂ ਇੱਥੋਂ 5 ਵਜੇ ਗਏ ਹਾਂ, ਅਸੀਂ 7-8 ਵਜੇ ਉੱਥੇ ਪੜ ਗਏ, 8 ਵਜੇ ਤੇ ਅਸੀਂ ਇਹਨੂੰ ਉੱਥੋਂ ਨਾ ਜਨਾਜ਼ਾ ਕਰਾ ਕੇ ਤੇ ਅਸੀਂ 1:30 ਵਜੇ ਉੱਥੋਂ ਸ਼ੁਰੂ ਇੱਥੇ ਟੁਰ ਕੇ ਇੱਥੇ ਆ ਗਏ। 6:30 ਵਜੇ ਪਿੰਡ ਆਏ। ਠੀਕ ਹੈ। 6:30 6:30 ਵਜੇ। ਤੁਹਾਡੇ ਬੇਟੇ ਦੀ ਸ਼ਾਦੀ ਹੋਈ ਸੀ? ਨਹੀਂ, ਸ਼ਾਦੀ ਨਹੀਂ ਹੋਈ। ਉਮਰ ਕਿੰਨੀ ਸੀ ਉਹਨਾਂ ਦੀ? ਉਹਦੀ ਉਮਰ ਹੈਗੀ ਸੀ ਕੋਈ 28 ਕੁ 27 ਕੁ ਸਾਲ। 27 ਸਾਲ। ਹਾਂਜੀ ਹਾਂਜੀ। ਤੇ ਮੈਨੂੰ ਇਹ ਦੱਸੋ ਕਿ ਕਿੰਨਾ ਲਾਡ ਪਿਆਰ ਹੈਗਾ ਸੀ? ਕਿੰਨੇ ਭਾਈ ਤੁਹਾਡੇ ਬੇਟੇ ਕਿੰਨੇ ਨੇ? 7 ਬੇਟੇ ਸੀ। ਇੱਕ ਮੇਰਾ ਬੇਟਾ ਅੱਗੇ ਸ਼ਹੀਦ ਹੋ ਗਿਆ ਕਸ਼ਮੀਰ 'ਚ। ਅੱਛਾ, ਉਹ ਪਾਕ ਆਰਮੀ ਵਿੱਚ ਹੈਗਾ ਸੀ? ਹਾਂਜੀ। ਤੇ ਆਪਣਾ ਦੂਜਾ ਸੀ ਕਿਹੜਾ ਬੇਟਾ ਨਾ, ਠੀਕ ਹੈ। ਇਹ ਆਪਣਾ ਬੇਟਾ ਮੁਦੱਸਰ, ਇਹ ਆਪਣਾ ਇੱਥੇ ਸਿਕਿਉਰਟੀ ਕਰਦਾ ਸੀ, ਉਹ ਸ਼ਹੀਦ ਹੋ ਗਿਆ। ਠੀਕ ਹੈ। ਤੇ ਤੁਹਾਡੀ ਫੈਮਿਲੀ ਵਿੱਚ ਕਿੰਨੇ ਲੋਕ ਤੋਂ ਅੱਗੇ ਕਹਿ ਰਹੇ ਸੀ ਸ਼ਹੀਦ ਹੋਏ ਨੇ? ਇੱਕ ਮੇਰਾ ਚਾਚਾ ਹੈ, ਆਪਣਾ ਫੌਜ ਆਰਮੀ 'ਚ ਸੀ, ਉਹ ਸ਼ਹੀਦ ਹੋਇਆ ਹੈ। ਠੀਕ ਹੈ। ਹਾਂਜੀ। ਤੇ ਇੱਕ ਇਹ ਬੇਟਾ ਸ਼ਹੀਦ ਹੋ ਗਿਆ, ਇੱਕ ਅੱਗੇ 2010 ਸ਼ਹੀਦ ਹੋ ਗਿਆ ਸੀ। ਠੀਕ ਹੈ। ਤੇ ਇਹ ਹੁਣ 25 'ਚ ਹੋ ਗਿਆ। ਬਾਬਾ ਜੀ, ਮੈਨੂੰ ਇਹ ਦੱਸੋ ਕਿ ਕੀ ਲਾਡ ਪਿਆਰ ਸੀ, ਕੀ ਸੋਚਿਆ ਸੀ ਬੇਟੇ ਦੀ ਸ਼ਾਦੀ ਦੇ ਬਾਰੇ? ਫੈਮਿਲੀ ਵਿੱਚ ਕੀ ਤਾਸੁਰਾਤ ਸੀ? ਅਸੀਂ ਉਹਨੂੰ ਕਹਿੰਦੇ ਸੀ ਸ਼ਾਦੀ ਕਰਾ ਲੈ, ਉਹ ਕਹਿੰਦਾ ਸੀ ਮੈਂ ਸ਼ਾਦੀ ਨਹੀਂ ਅਜੇ ਕਰਾਣੀ, ਮੈਂ ਆਪਦਾ ਇੱਥੇ ਕੋਈ ਆਪਦਾ ਕਰਕੇ ਫਿਰ ਹੀ ਕੋਈ ਕਰਾਂਗਾ ਮਸਲਾ, ਮੈਂ ਐਵੇਂ ਸ਼ਾਦੀ ਨਹੀਂ ਕਰਾਉਂਦਾ। ਉਹ ਅਵੇਅਰ ਜਾਂਦਾ ਸੀ, ਸ਼ਾਦੀ ਨਹੀਂ ਕਰਾਉਂਦਾ ਸੀ। ਠੀਕ ਹੈ। ਤੇ ਕੀ ਖੁਆਇਸ਼ਾਂ ਸੀ ਤੁਹਾਡੇ ਬੇਟੇ ਦੀਆਂ? ਕੀ ਬਣਨਾ ਚਾਹੁੰਦਾ ਸੀ? ਕੀ ਹੁੰਦੇ ਖ਼ਵਾਬ ਸਨ? ਮੁਜਾਹਿਦ ਹੀ ਹੈਗਾ ਸੀ ਤੇ ਬਣਨਾ ਕੀ ਚਾਹਣਾ ਸੀ ਵੀ ਇੱਕ ਮਿਸਾਲ ਵੀ ਉਹ ਆਂਦਾ ਸੀ ਵੀ ਮੈਂ ਅੱਲਾ ਦੀ ਜਹਾਜ਼ ਤੇ ਜਾਣਾ ਹੈ ਤੇ ਇਨਸ਼ਾਅੱਲਾ ਮੈਂ ਸ਼ਹੀਦ ਹੀ ਉੱਥੇ ਹੋਣਾ। ਠੀਕ ਹੈ। ਹਾਂਜੀ। ਤੇ ਮੈਨੂੰ ਇਹ ਦੱਸੋ ਕਿ ਜਿਹੜਾ ਇਲਾਕੇ ਵਿੱਚ ਜਦੋਂ ਇਹ ਖਬਰ ਫੈਲੀ, ਪਤਾ ਚੱਲਿਆ, ਤੇ ਉਦੋਂ ਕੀ ਤਾਸੁਰਾਤ ਸੀ? ਕਿੰਨੇ ਲੋਕ ਜਨਾਜ਼ੇ ਵਿੱਚ ਆਏ ਸੀ? ਮੇਰੇ ਹਿਸਾਬ 'ਚ ਤਾਂ ਮਾਸ਼ਾਅੱਲਾ ਉਹ ਜਗ੍ਹਾ ਕਿਹੜੀ ਸੀ ਨਾ, ਸਾਡੀ 7-8 ਕਿੱਲੇ ਦੀ ਜਗ੍ਹਾ ਸੀ ਸਾਰੇ ਹਾਈ ਸਕੂਲ ਦੇ ਵਿੱਚ। 2 ਪਾਸੇ ਇੱਕ ਪਾਸੇ ਰਾਹ ਇੱਧਰ ਸੀ, 2 ਸੜਕਾਂ ਇਹ ਵੀ ਭਰੀਆਂ ਗਈਆਂ ਸੀ, ਸਕੂਲ ਵੀ ਸਾਰਾ ਭਰਿਆ ਗਿਆ ਸੀ। ਇਹ ਸਾਡੇ ਗਿੱਲਣ ਦਾ ਤਕਰੀਬਨ 8-9 ਕਿੱਲਿਆਂ ਦੀ ਸਕੂਲ ਹੈ ਤੇ ਰੋਡ ਵੀ ਸਾਰੇ ਭਰੇ ਗਏ ਸਨ। ਇੰਨੀ ਕੁ ਦੁਨੀਆ ਸੀ ਕੱਲ੍ਹ। ਅਲਹਮਦੁਲਿਲਾ
اللہ کا بہت لکھ لکھ شکر ہے میرے بیٹے نوں بہت بڑا اعزاز ملا ہے انشاءاللہ ہر ایک دے بیٹیاں نوں ایویں اعزاز ملے تے انشاءاللہ وہ ਅੱਛਾ ਤੇ ਮੈਨੂੰ ਇਹ ਦੱਸੋ ਕਿ ਦੁੱਖ ਹੋਇਆ ਬੇਟੇ ਦੀ نہیں، ਖਬਰ کوئی ਸੁਣ دکھ نہیں کسی قسم کا کوئی دکھ نہیں میرے 5 بیٹے اور نے میں انشاءاللہ وہ بھی دین نوں تیار بیٹھا جی ناظرین آپ دیکھ سکتے ہیں کہ یہ جو پاکستان کو بھارت دھمکیاں لگا رہا ہے اور یہ بتا رہا ہے تو آپ کس کو آپ دھمکائیں گے؟ آپ اس قوم کے بچوں کو کس طرح جو ہے للکار سکتے ہیں؟ اس قوم کے ہر بچے کا جو والد ہے، اس قوم کا ہر بچہ اس ملک کا محافظ ہے، آپ کتنے کو شہید کرو گے؟ آپ کتنوں پر حملے کریں گے؟ آپ ان کو نہیں روک سکتے۔ ہر گھر کے اندر ان نوجوان اس ملک کے لیے اپنی جان نشاور کرنے کے لیے تیار ہیں۔ آپ دیکھ سکتے ہیں کہ ایک شہید کا والد اس کی کیا تاثرات ہیں، آپ کتنوں کو گرائیں گے؟ آپ کتنے کے جو تاثرات ہیں، جو اندر کی جو ایک اس ملک کے لیے قربانی دینے کی جو ایک استطاعت ہے اور جو اندر کا ایک جذبہ ہے، تو آپ کس طرح ان کو لٹا سکتے ہیں؟ تے بڑے لوگ تے پریشان ہوندے نے یہ چیزاں سن کے، تسی حالے بھی ماشاءاللہ اتنا جذبہ ہے۔ الحمدللہ اسی جذبہ رکھن والے ہیں، اسی مسلمان ہیں، اسی اس ملک دی خاطر لڑنا ہے اور اس فوج دے نال اسی پچھانا پچھانا کھڑے ہوں گے انشاءاللہ۔ جی ناظرین میرے ساتھ جو شہید ہوئے ہیں مدثر صاحب، ان کے چھوٹے بھائی میرے ساتھ موجود ہیں، ان سے ہم جانتے ہیں کہ بھائیوں کا آپس میں کتنا پیار تھا۔ السلام علیکم، وعلیکم السلام۔ کیا نام ہے آپ کا؟ محمد بشیر۔ بشر، مجھے یہ بتاؤ کہ بڑا افسوس ہوا آپ کے بھائی کی خبر سن کے، تو کیا تاثرات ہیں؟ بھائی کی رابطہ ہوا تھا؟ آخری بار کب ملے تھے؟ پہلی بات تو یہ میں اللہ تعالیٰ کا بہت شکریہ ادا کرنا چاہتا ہوں، اس میں افسوس والی کوئی بات نہیں ہے۔ تو اللہ تعالیٰ نے اس کو بڑی عزت والی جو ہے نا وہ شہادت دی ہے، اور اللہ تعالیٰ کا بہت شکر ادا کرتا ہوں یہ میرا دوسرا بھائی شہید ہوا، اور اس کی خواہش سی شروع تھی کہ میں بھی اپنے بھائی کا نا بدلہ لوں جا کے۔ تو گھر سے تو اجازت مل گئی تھی، لیکن جو ملکی حالات کی وجہ سے جو ہے نا وہ جا نہیں سکا، تو اس وجہ سے وہ جماعت میں جو ڈیوٹی کرتا تھا، تو اللہ تعالیٰ نے اس کی خواہش کو پورا کرنا تھا تو وہ کر دیا۔ بات ہوتی تھی فون پہ؟ ہاں بات ہوتی تھی میری واٹس آخری بار کب بات ہوئی تھی؟ کیا بات ہوئی تھی؟ آری تب آئی تھنک میرے خیال سے 7 دن پہلے میری بات ہوئی تھی، تو اس کام کے بارے پوچھ رہا تھا کیا کام کرتے ہو، میں کہا ابھی تو میں گھر میں ہوں، تو ابھی کام کوئی نہیں کرتا، کہتا یار کام کیا کرو، یعنی کہ اس بارے میں کہتا اتنا پیار تھا بھائی کے ساتھ، کیا خواہشات تھی، کیا خواب تھے جو شیئر کیے تھے؟ بھائیوں کو تو پتہ ہوتا ہے۔ میں تو زیادہ اسٹڈی کرتا تھا، تو گھر میں جو وہ بھی باہر ہی رہتا تھا، تو گھر میں آتے تھے تو وہ پوچھتا تھا بھی اسٹڈی کرنی ہے کہ نہیں ہے کرنی، میں نے تو کہتا تھا میں نے ابھی پڑھنا ہے، تو کہتے تھے ٹھیک ہے، مجھے پڑھائی کی وجہ سے کوئی نہیں روکتے، تو الحمدللہ آج میں اس مقام پہ ہوں، تو اپنے بھائیوں کی وجہ سے، اللہ تعالیٰ کی رضا مندی کو، اپنی فیملی کی سپورٹ کی وجہ سے میرے۔ کوئی ایک ایسا واقعہ بات بھائی کی یاد ہو، کوئی فنی بات ہو، کوئی یادگار بات ہو جو واقعی ابھی بھی یاد ہو گئی یار؟ واقعی تو بہت سارے، انسان اپنی نشانیوں کو چھوڑ جاتا ہے پیچھے جب انسان اس کو یاد کرتا ہے، تو واقعی تو بہت زیادہ ہیں وہ، یعنی کہ نا یعنی کہ ایک محفل میں بیٹھتا تھا تو ہنستا بہت زیادہ تھا، یعنی کہ 2 ایکڑ تک اس کی آواز جاتی تھی جب ہنستا تھا، ماشاءاللہ گرج تھی اس کی، تو الحمدللہ اللہ کا بھی شعر ہے تو ہمارا بھی وہ شعر ہمارا بھائی۔ تو سخت تھا، سخت مزاج تھے، فنی تھا، محبت کرنے والا تھا بھائیوں کے وہ ساتھ۔ ایسا تھا نا، وہ ایک لمٹ کے حساب سے چلتا تھا، کوئی اگر وہ کوئی معاملات ایسے ہیں سختی والے ہیں تو سختی سے، اگر نرمی والے ہیں تو نرمی سے۔ ٹھیک ہے جی ناظرین، یہ اس کا چھوٹا بھائی تھا، اور ان کے والد صاحب سے بھی میں نے آپ کی ملاقات۔ اس ملک کا ہر نوجوان اپنے اس ملک کے لیے اپنی جان کی قربانی دینے کے لیے ہمیشہ کے لیے تیار ہے۔ تو اسی کے ساتھ مجھے اجازت دیجیے گا، اللہ نگہبان۔